ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਮੰਗਲਵਾਰ ਨੂੰ ਇਲਾਜ ਪੁੱਛੇ ਜਾਂਦੇ ਆ ਅਤੇ ਉਹ ਵੀਰਵਾਰ ਨੂੰ ਉਹਨਾਂ ਦੇ ਜਵਾਬ ਦਿੰਦੇ ਆ। ਜਿਹੜੇ ਇਲਾਜ ਨਹੀਂ ਦੱਸੇ ਜਾਂਦੇ ਜਾਂ ਕੁਛ ਵਾਧੂ ਇਲਾਜ ਹੁੰਦੇ ਆ ਉਹਨਾਂ ਬਾਰੇ ਉਹ ਗੱਲ ਕਰਦੇ ਆ। ਕਾਲ ਇਸ ਵਿੱਚ ਕੋਈ ਨਹੀਂ ਹੁੰਦੀ। ਮੰਗਲਵਾਰ ਨੂੰ ਕਾਲ ਕਰ ਸਕਦੇ ਹੋ 4082725200 4 ਤੋਂ 5:30 ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਲਿਖ ਕੇ ਦੇ ਦੇ। ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਅਸੀਂ ਗੱਲ ਕਰਦੇ ਹਾਂ। ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹ ਤੁਸੀਂ ਆਪਣੀ ਸਿਹਤ ਨੂੰ ਦੇਖ ਕੇ ਲੈਣੀਆਂ ਹੈ ਕਿ ਕਿਹੜੀ ਕਿਹੜੀ ਚੀਜ਼ ਤੁਹਾਨੂੰ ਫਿੱਟ ਬਹਿੰਦੀ ਆ। ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਚੀਜ਼ ਤੋਂ ਐਲਰਜੀ ਆ ਅਤੇ ਫਿਰ ਤੁਸੀਂ ਨਹੀਂ ਲੈਣੀ। ਚੱਲਾਂਗੇ ਆਪਣੇ ਜਗਵੀਰ ਸਿੰਘ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਵੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਗਟ ਓਹਾਇਓ, ਸੰਤ ਸਿੰਘ ਤੇ ਦੇਬਾਂ ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿਆਜੂ ਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿਆ ਅਲਗਰੋਵ, ਮੁਸ਼ਿਆਣਾ ਪਰਿਵਾਰ, ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋ, ਸੁਰਿੰਦਰਜੀਤ ਕੌਰ ਸੈਂਟਾ ਕਲੇਰ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ ਗਿੱਲ ਜਿਨ੍ਹਾਂ ਦਾ ਫੋਨ ਨੰਬਰ 5594920551। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਮੈਮਰੀ ਵਾਸਤੇ ਪੁੱਛਦੇ ਸੀ, ਕਹਿੰਦੇ ਮੈਮਰੀ ਘਟੀ ਵੀ ਹੈਗੀ। ਹਾਂਜੀ, ਉਹ ਲੈ ਸਕਦੇ ਹੈਗੇ 5 ਬਦਾਮ, 5 ਦਾਖਾਂ ਤੇ 5 ਆਪਣੇ ਕਾਲੀਆਂ ਮਿਰਚਾਂ। ਇਹ ਰੋਜ਼ ਖਾ ਲਿਆ ਕरें ਜੀ। ਜਾਂ ਫਿਰ ਛੋਟੀ ਇਲਾਇਚੀ ਲੈਣੀ ਹੈਗੀ 15 ਗ੍ਰਾਮ, ਬ੍ਰਹਮੀ ਪਾਊਡਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬੱਚ 60 ਗ੍ਰਾਮ, ਕੁਜਾ ਮਿਸ਼ਰੀ 300 ਗ੍ਰਾਮ। ਇਹ ਆਪਣੇ 1 ਚਮਚਾ ਰੋਜ਼ ਖਾ ਲਿਆ ਕਰੇ। ਜਾਂ ਫਿਰ ਤੁਸੀਂ ਆਪਣੇ ਅਨਾਰ ਦਾ ਰਸ ਪੀ ਸਕਦੇ ਹੈਗੇ। ਇਹਦੇ ਵਿੱਚ 1 ਚਮਚਾ ਸ਼ਹਿਦ ਦਾ ਪਾ ਕੇ ਇਹ ਤੁਸੀਂ ਲੈ ਸਕਦੇ ਹੈਗੇ। ਅੱਛਾ, ਫਿਰ ਥੋੜ੍ਹੀ 1 ਚੁਟਕੀ ਤੁਸੀਂ ਹਿੰਗ ਲਈ ਚੱਲੋ ਦੁੱਧ ਨਾਲ। ਇਹ ਵੀ ਆਪਣੇ ਯਾਰ ਸ਼ਕਤੀ ਵਧਾ ਦਿੰਦੀ ਹੈ ਜੀ। ਜਾਂ ਫਿਰ ਗਾਜਰਾਂ ਦੇ ਜੂਸ 'ਚ 2 ਚਮਚੇ ਦੇਸੀ ਘੀ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਅਸ਼ਵਗੰਧਾ 100 ਗ੍ਰਾਮ, ਸ਼ਤਾਵਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ 50 ਗ੍ਰਾਮ। ਇਹ ਆਪਣੇ 1 ਚਮਚਾ ਇਹਦਾ ਅਤੇ 1 ਚਮਚਾ ਸ਼ਹਿਦ ਮਿਲਾ ਕੇ ਇਹ ਖਾਣੀ ਹੈਗੀ ਅਤੇ ਉੱਪਰ 'ਤੇ ਦੁੱਧ ਪੀ ਲੈਣਾ। ਜਿਹਨਾਂ ਨੂੰ ਕੈਲਸ਼ੀਅਮ ਦੀ ਕਮੀ ਹੈਗੀ ਉਹ ਵੀ ਇਹਦੇ ਨਾਲ ਪੂਰੀ ਹੋ ਜਾਊਗੀ। ਫਿਰ ਆਪਣੇ ਜਿਹੜੀ ਨਾਰੀਅਲ ਦੀ ਗਿਰੀ ਹੁੰਦੀ ਹੈ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਅਤੇ ਓਮੇਗਾ 3 ਦੇ ਕੈਪਸੂਲ ਜਿਹੜੇ ਹੁਣ ਮਿਲਦੇ ਹੈ ਜੀ, ਓਮੇਗਾ 3 ਦੇ ਕੈਪਸੂਲ ਉਹ ਤੁਸੀਂ ਲੈ ਸਕਦੇ ਹੈਗੇ। ਫਿਰ 2 ਅਖਰੋਟ ਰੋਜ਼ ਲੱਗ ਜਾਓ ਖਾਣ, ਉਹੀ ਹੈ। ਜੇ ਨਹੀਂ ਕੁਝ ਮਿਲਦਾ ਤਾਂ ਇਕੱਲੀ ਉਹ ਸ਼ੰਖ ਪੁਸ਼ਪੀ ਦਾ 1 ਚਮਚਾ ਤੁਸੀਂ ਉਹੀ ਦੁੱਧ ਨਾਲ ਲਈ ਚੱਲੋ। ਅਤੇ ਇਕੱਲੀ ਸੌਂਫ ਤੁਸੀਂ ਉਬਾਲ ਕੇ 1 ਚਮਚਾ ਪਾਣੀ ਨਾਲ ਸੌਂਫ ਉਬਾਲ ਕੇ ਅਤੇ ਉਹਦੇ ਵਿੱਚ ਉਹਨੇ ਨਿੰਬੂ ਦਾ ਰਸ, ਇਹ ਤੁਸੀਂ 1 ਨਿੰਬੂ ਜਾਂ ਅੱਧੇ ਨਿੰਬੂ ਦਾ ਬਹੁਤ ਹੋਊਗਾ। 1 ਚਮਚਾ ਸੌਂਫ ਪਾਣੀ ਉਬਾਲ ਕੇ ਇਸ ਤਰ੍ਹਾਂ ਚਾਹ ਬਣਾਉਂਦੇ, ਅੱਧਾ ਨਿੰਬੂ ਦਾ ਰਸ ਨਿਚੋੜ ਕੇ ਤੁਸੀਂ 40 ਦਿਨ ਲਗਾਤਾਰ ਆਪਣੇ ਪੀਣੀ ਹੈਗੀ ਜੀ। ਫਿਰ ਮੂਲੀ ਦਾ ਰਸ ਅਤੇ ਸੇਬ ਦਾ ਰਸ ਅਤੇ ਪਿਆਜ਼ ਦਾ ਰਸ। ਜਿੰਨਾ ਤੁਸੀਂ ਮੂਲੀ ਦਾ ਰਸ, ਪਿਆਜ਼ ਦਾ ਰਸ ਲੈਣਾ ਹੈਗਾ ਤੁਸੀਂ ਆਪਣੇ ਅੱਧਾ। ਜੇ 1 ਕੱਪ ਤੁਸੀਂ ਮੂਲੀ ਦਾ ਰਸ ਲਿਆ, 1 ਕੱਪ ਸੇਬ ਦਾ ਰਸ ਅਤੇ ਅੱਧਾ ਕੱਪ ਤੁਸੀਂ ਲੈਣਾ ਹੈਗਾ ਪਿਆਜ਼ ਦਾ ਰਸ। ਇਹ ਮਿਲਾ ਕੇ ਰੱਖ ਲਓ। ਅੱਧਾ ਕੁ ਸਵੇਰ ਨੂੰ ਪੀ ਲਿਆ, ਅੱਧਾ ਕੁ ਸ਼ਾਮ ਨੂੰ ਪੀ ਲਿਆ। ਐਂ ਕਰਦੇ ਕਰੋ। ਜਿਸ ਤਰ੍ਹਾਂ 2.5 ਕੱਪ ਵੀ ਬਣ ਗਏ, ਕੱਪ ਸਵੇਰ ਨੂੰ ਪੀ ਲਿਆ, ਕੱਪ ਸ਼ਾਮ ਨੂੰ ਪੀ ਲਿਆ, ਇਹਦੇ ਨਾਲ ਵੀ ਹੋ ਜਾਂਦੀ। ਜਿਹੜੇ ਕਹਿੰਦੇ ਤੇ ਉਹਨੇ ਬਲੱਡ ਦੀ ਸਰਕੂਲੇਸ਼ਨ ਨਹੀਂ ਹੋ ਰਹੀ ਹੈਗੀ ਜਾਂ ਪੈਰਾਂ 'ਚ ਉਹਨੇ ਉਨੀ ਸਰਕੂਲੇਸ਼ਨ ਜਾ ਰਹੀ, ਅਤੇ ਅਦਰਕ ਅਤੇ ਲਸਣ ਇਹਦੀ ਆਪਣੇ ਚਟਨੀ ਜੀ ਬਣਾ ਕੇ, ਲੇਪ ਜਿਹਾ ਬਣਾ ਕੇ ਪਤਲਾ ਜਿਹਾ, ਉਹਦੇ 'ਤੇ ਪੈਰਾਂ 'ਤੇ ਮਾਲਿਸ਼ ਕਰਨੀ ਹੈਗੀ ਜੀ। ਇਹਦੇ ਨਾਲ ਹੋ ਜਾਏਗੀ ਸਾਰੀ ਬਲੱਡ ਦੀ ਸਰਕੂਲੇਸ਼ਨ। ਜਾਂ ਫਿਰ ਤੁਸੀਂ ਤੇਲ ਬਣਾ ਲਓ ਸਰੋਂ ਦਾ ਤੇਲ ਦੇ ਵਿੱਚ 1 ਕੱਪ ਲੈ ਕੇ 1 ਸਾਬਤਾ ਇਕੱਠਾ ਲਸਣ ਦਾ ਪਾ ਦੇਣਾ ਹੈਗਾ, ਥੋੜ੍ਹਾ ਜਿਹਾ ਅਦਰਕ ਪਾ ਦੇਣਾ ਹੈਗਾ ਉਹਦੇ ਵਿੱਚ, ਅਤੇ ਕਾਲੀ ਮਿਰਚਾਂ, ਲੌਂਗ ਵੀ ਤੁਸੀਂ ਆਪਣੇ ਮੇਥੀ ਥੋੜ੍ਹੀ ਚਮਚਾ ਇਹ ਚੀਜ਼ਾਂ ਪਾ ਕੇ, ਜਵੈਣ ਇਹ ਤੁਹਾਡੇ ਕਾੜ ਕੇ ਉਹਨਾਂ ਨੂੰ ਜਦ ਗੱਠਾ ਲਸਣ ਤੈਰ ਕੇ ਉੱਪਰ ਆ ਜਾਵੇ ਤਾਂ ਸਮਝ ਲਓ ਤੇਲ ਤਾਰਾ ਤਿਆਰ ਹੈ। ਭੁਣ ਕੇ ਤੁਸੀਂ ਆਪਣੇ ਉਹਦੀ ਮਾਲਿਸ਼ ਕਰ ਲਓ। ਇਹ ਵੀ ਬਲੱਡ ਦੀ ਸਰਕੂਲੇਸ਼ਨ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਨਹੀਂ ਤੁਸੀਂ ਆਪਣੇ ਲੈ ਸਕਦੇ ਹੈਗੇ ਤਿਲਾਂ ਦੇ ਤੇਲ ਦੇ ਵਿੱਚ ਨੂਣ ਪਾ ਕੇ ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਅਤੇ ਆਪਣੇ ਨਹੀਂ ਤਾਂ 1 ਚਮਚਾ ਤੁਸੀਂ ਮੇਥਿਆਂ ਦਾ ਪਾਣੀ ਦੇ ਵਿੱਚ ਰਾਤ ਨੂੰ ਭਿਓ ਕੇ ਰੱਖ ਲਓ, ਸਵੇਰ ਨੂੰ ਉਬਾਲ ਕੇ ਉਹ ਪਾਣੀ ਤੁਸੀਂ ਆਪਣੇ ਪੀ ਲਓ। ਉਹ ਵੀ ਬਲੱਡ ਸਰਕੂਲੇਸ਼ਨ ਵਾਸਤੇ ਗੁੱਡ ਹੈਗਾ। ਫਿਰ ਕਰੇਲੇ ਦੀ ਸਬਜ਼ੀ ਗੁੱਡ ਹੈਗੀ। ਫਿਰ ਛੁਹਾਰੇ ਗੁੱਡ ਹੈਗੇ, 2 ਛੁਹਾਰੇ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਜਿਹੜੀ ਮਾਂਹ ਦੀ ਦਾਲ ਹੁੰਦੀ ਹੈ, ਜਿਸ ਤਰ੍ਹਾਂ ਆਪਾਂ ਧਰਦੇ ਮਾਂਹ ਦੀ ਦਾਲ, ਉਹਦੇ ਵਿੱਚ ਤੁਸੀਂ ਆਪਣੇ
ਸੁੰਡ ਦਾ 1 ਚਮਚਾ ਪਾ ਲੈਣਾ, 1 ਮੁੱਠੀ ਭਾਵੇਂ ਸਾਰੀ ਦਾਲ ਹੋਵੇ ਜਾਂ ਮੂੰਹ ਫੁੱਟ ਜਿਵੇਂ ਉਹਨਾਂ ਦਾਲ ਦੇ, ਉਹ ਜਿਹੜਾ ਪਾਣੀ ਥੋੜ੍ਹਾ ਜ਼ਿਆਦਾ ਪਾ ਲਈਏ, ਉਹ ਪਾਣੀ ਤੁਸੀਂ ਆਪਣੇ ਪੀ ਲੈਣਾ ਹੈਗਾ। ਫਿਰ ਨਹੀਂ ਤਾਂ ਜੇ ਬਣਿਆ ਬਣਾਇਆ ਤੁਹਾਨੂੰ ਕਸੁੰਬੇ ਦਾ ਤੇਲ ਮਿਲਦਾ ਹੈਗਾ ਤਾਂ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚੋਂ, ਉਹ ਵੀ ਵਧੀਆ ਚੀਜ਼ ਹੋਊਗੀ ਤੁਹਾਨੂੰ। ਜਾਂ ਫਿਰ ਇੱਕ ਸੁੰਡ ਤੇ ਅਗਰ ਹੁੰਦੀ ਹੈ ਜੀ, ਇੱਕ ਦਵਾਈ ਸੁੰਡ ਤੇ ਅਗਰ, ਇਹ ਦੋਏ ਚੀਜ਼ਾਂ ਬਰਾਬਰ ਲੈਣੀਆਂ, 1.5 ਚਮਚੇ ਤੱਕ ਚਾਹ ਜੀ ਬਣਾ ਕੇ ਇਹਦੀ ਤੁਸੀਂ ਆਪਣੇ ਪੀ ਸਕਦੇ ਹੈ, ਤੁਹਾਨੂੰ ਠੀਕ ਰਹੂਗੀ ਤੁਹਾਨੂੰ। ਫਿਰ ਆਪਣੇ ਤੁਸੀਂ ਆਪਣੇ ਅਸ਼ਵਗੰਧਾ ਵੀ ਲੈ ਸਕਦੇ ਹੈਗੇ, ਚਾਹੇ ਤਾਂ ਕੈਪਸੂਲ ਲੈ ਲਓ, ਨਹੀਂ ਤਾਂ 1 ਚਮਚਾ ਅਸ਼ਵਗੰਧ ਦਾ ਤੇ 1 ਚਮਚਾ ਦੇਸੀ ਘੀ ਦਾ, ਥੋੜ੍ਹਾ ਕੋਸਾ ਜਿਹਾ ਕਰਕੇ ਦੇਸੀ ਘੀ ਅਸ਼ਵਗੰਧ ਵਿੱਚੋਂ ਮਿਲਾ ਕੇ ਇਹ ਖਾ ਕੇ ਉੱਪਰੋਂ ਤੁਸੀਂ ਆਪਣੇ ਕੋਸਾ ਜਿਹਾ ਦੁੱਧ ਪੀ ਲੈਣਾ ਹੈ ਜੀ। ਫਿਰ ਤੁਲਸੀ ਦੇ ਰਸ ਵੀ ਇਹ ਵੀ ਚੰਗਾ ਰਹੂਗਾ ਤੁਹਾਨੂੰ, ਤੁਲਸੀ ਦਾ ਰਸ ਤੇ ਸੁੰਡ ਤੇ ਲਸਣ ਦਾ ਰਸ, ਅੱਧਾ ਚਮਚਾ ਲਸਣ ਦਾ ਰਸ, 2 ਚਮਚੇ ਤੁਲਸੀ ਦਾ ਰਸ ਨਾਲ ਤਾਂ ਮੇਰੇ ਕੋਲ ਬਥੇਰੇ ਹੈਗੇ ਇਹਦੇ, ਠੀਕ ਵੀ ਹੋ ਜੂਗੇ। ਤੇ ਇਹਦੇ ਵਿੱਚੋਂ ਜੇ ਉਹਨਾਂ ਨੂੰ ਡਾਇਗਨੋਸ ਪਤਾ ਵੀ ਕੀ ਕਰਿਆ ਹੈਗਾ ਡਾਕਟਰ ਨੇ ਤਾਂ ਉਹ ਦੱਸ ਦੇਵੇਂ ਉਹਦੇ ਟਿਊਜ਼ਡੇ ਨੂੰ। ਕਾਹਦੇ ਬਾਰੇ ਜੀ? ਜਿਹੜੇ ਟੱਟੀ ਦੇ ਵਿੱਚੋਂ ਖੂਨ ਕਹਿੰਦੇ ਸੀਗੇ ਆਉਂਦਾ ਹੈ, ਹਾਂ ਉਹ ਕਈ ਵਾਰੀ ਆਪਣੇ ਡਿਸੈਂਟਰੀ ਹੁੰਦੀ ਹੈ ਉਹਦੇ ਕਰਕੇ ਵੀ ਲੱਗ ਜਾਂਦਾ। ਵੈਸੇ ਉਹ ਦੱਸ ਦਿੰਦਾ ਮੈਂ ਤੁਹਾਨੂੰ। ਇਹਦੇ ਵਿੱਚੋਂ ਜਿਹੜੀ ਅੰਬਾਂ ਦੇ ਵਿੱਚੋਂ ਗੁਠਲੀ ਹੁੰਦੀ, ਗੁਠਲੀ ਦੇ ਵਿੱਚੋਂ ਇੱਕ ਹੋਰ ਗੁਠਲੀ ਹੁੰਦੀ ਨਰਮ ਜੀ, ਜਿੰਨੇ 2 ਅੰਬਾਂ ਦੀ ਸਮਝ ਤੁਸੀਂ ਲੈ ਲਓ ਤੇ ਉਹਦੇ ਵਿੱਚੋਂ ਜਿੰਨੀ ਉਹ ਗੁਠਲੀ ਦਾ ਵੇਟ ਹੋਊਗਾ ਉਨੇ ਤੁਸੀਂ ਅਨਾਰ ਦੇ ਛਿਲਕੇ ਪਾਣੇ ਹੈਗੇ ਤੇ ਉਹਨੇ ਵਿੱਚੋਂ ਤੁਸੀਂ ਜਾਮਨਾਂ ਦਾ ਪਾਊਡਰ ਪਾਉਣਾ ਹੈਗਾ ਇਹਦੇ ਵਿੱਚ। ਫਿਰ ਥੋੜੀ ਤੁਸੀਂ ਆਪਣੇ ਚਮਚਾ ਇਹਦੇ ਵਿੱਚੋਂ ਕਾਲੀ ਮਿਰਚਾਂ, ਸੁੰਡ, ਜਵੈਣ, ਲੌਂਗ, ਜਾਇਫਲ, ਜੀਰਾ, ਹਿੰਗ, ਦਾਲਚੀਨੀ, ਵੱਡੀ ਇਲਾਇਚੀ, ਇਹ ਜਿੰਨੇ ਵੀ ਮਸਾਲੇ ਹੈਗੇ ਸਾਰੇ ਇਹ ਤੁਸੀਂ ਪਾ ਦੇਣਾ ਹੈਗਾ। ਅੱਧਾ ਚਮਚਾ ਤੁਸੀਂ ਆਪਣੇ ਲੈਣਾ ਹੈਗਾ ਤੇ ਸਾਰਾ ਦੇ ਇਹਦੇ ਵਿੱਚੋਂ ਤੁਹਾਨੂੰ ਰਹੂਗਾ। ਤੁਸੀਂ ਫੂਡ ਆਪਣਾ ਬੰਦ ਕਰ ਦੇਣਾ ਹੈਗਾ ਜੀ, ਫਾਸਟ ਫੂਡ ਨਹੀਂ ਖਾਣਾ, ਮੀਟ ਮੂਟ ਨਹੀਂ ਖਾਣਾ ਹੈਗਾ ਜਮਾਂ ਤੇ ਹੀ, ਟੋਟਲੀ 100% ਇਹ ਕੁਛ ਨਹੀਂ ਯੂਜ਼ ਕਰਨਾ ਹੈਗਾ ਤੁਸੀਂ। ਤੇ ਰੋਟੀ ਵੀ ਜੇ ਤੁਸੀਂ ਘਟਾਉਣ ਤਾਂ ਤੁਹਾਨੂੰ ਚੰਗੀ ਰਹੂਗੀ। ਇਹਦੇ ਵਿੱਚੋਂ ਤੁਸੀਂ ਖਿਚੜੀ, ਚੌਲ, ਦਹੀਂ ਦਾ ਜ਼ਿਆਦਾ ਯੂਜ਼ ਕਰੋ, ਦਹੀਂ ਖਿਚੜੀ ਇਹੋ ਜਿਹੀ ਚੀਜ਼ਾਂ ਯੂਜ਼ ਕਰੋ। 2-3 ਵੀਕਾਂ ਕਰਕੇ ਦੇਖ ਲਓ ਤੁਸੀਂ ਆਪਣੇ ਮੀਟ ਮੂਟ ਬੰਦ ਤੇ ਜਿੰਨਾ ਚਿਰ ਤੁਹਾਨੂੰ ਆਰਾਮ ਨਹੀਂ ਆਉਂਦਾ ਇਹ ਤੁਸੀਂ ਆਪਣੇ ਕਰਕੇ ਦੇਖੋ ਜੀ, ਵਧੀਆ ਚੀਜ਼ ਰਹੂਗੀ ਤੁਹਾਨੂੰ। ਜੇ ਤੁਹਾਨੂੰ ਇੱਥੇ ਕੂੜਾ ਸੱਕ ਦਾ ਪਾਊਡਰ ਮਿਲਦਾ ਹੈਗਾ, ਕੂੜਾ ਸੱਕ ਜਾਂ ਕੂੜਾ ਛਾਲ ਲਿਖਿਆ ਹੁੰਦਾ ਉਹਦੇ ਉੱਤੇ, ਤਾਂ ਤੁਸੀਂ ਆਪਣੇ 1 ਚਮਚ ਜਿੰਨੀ ਦਹੀਂ ਦੇ ਵਿੱਚੋਂ ਮਿਲਾ ਕੇ 1 ਚਮਚਾ ਖਾਣਾ ਜੀ ਤੁਸੀਂ, ਦਿਨ ਬਾਅਦ 2-3 ਵਾਰੀ ਖਾ ਲਓ। ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਨਹੀਂ ਤਾਂ 100 ਗ੍ਰਾਮ ਧਨੀਆ ਤੇ 25 ਗ੍ਰਾਮ ਕਾਲਾ ਨੂਣ, ਇਹਦਾ ਤੁਸੀਂ 1 ਚਮਚਾ ਰੋਜ਼ ਖਾਣਾ। ਇਹਦੇ ਨਾਲ ਇਹ ਹੋਊਗਾ ਤੁਹਾਨੂੰ ਵੀ ਵਾਰ-ਵਾਰ ਜੇ ਤੁਸੀਂ ਬਾਥਰੂਮ ਜਾਂਦੇ ਹੈ ਉਹ ਘੱਟ ਹੋ ਜੂਗੇ ਸਾਰਾ ਧਨੀਏ ਤੇ ਇਹਦੇ ਨਾਲ ਵੀ। ਬਾਥਰੂਮ ਜੇ ਬਾਹਲੀ ਟਾਈਮ ਜਾਂਦੇ ਤੁਸੀਂ ਕੁਝ ਖਾ ਕੇ ਉਹ ਵੀ ਤੁਹਾਨੂੰ ਆਈ ਜਾਂਦਾ ਬਾਥਰੂਮ, ਤਾਂ ਇਹਦੇ ਨਾਲ ਘੱਟ ਜੂਗਾ ਸਾਰਾ ਬਾਥਰੂਮ। ਤੇ ਕੂੜਾ ਛਾਲ ਵਾਲਾ ਹੈਗਾ ਸਾਰਾ ਇਹ, ਜਿਸ ਤਰ੍ਹਾਂ ਆਪਣੇ ਖੂਨ ਨੂੰ ਬੰਦ ਕਰ ਦੂਗਾ। ਜਾਂ ਫਿਰ ਤੁਸੀਂ ਆਪਣੇ ਜੇ ਤੁਹਾਨੂੰ ਇੱਥੇ ਬੇਲ ਦਾ ਮੁਰੱਬਾ ਇੱਥੇ ਮਿਲ ਜਾਵੇ ਸਟੋਰਾਂ 'ਚ, ਉਹ ਤੁਸੀਂ ਖਾ ਲਿਆ ਕਰੋ ਜੀ। ਉਹ ਤੁਸੀਂ ਆਪਣੇ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਨਾ ਹੈਗਾ। ਫਰੂਟ ਹੀ ਹੁੰਦਾ ਇਹ ਬੇਲ। ਇਹਦੇ ਵਿੱਚੋਂ ਤੁਸੀਂ ਆਪਣੇ ਜੇ ਗੁੜ ਮਿਲਾ ਕੇ ਵਿੱਚੋਂ ਖਾਵੇਂ ਤਾਂ ਹੋਰ ਵੀ ਚੰਗਾ ਹੈਗਾ। ਜੇ ਤੁਸੀਂ ਆਪਣੇ ਸਮਝੋ 20-25 ਗ੍ਰਾਮ ਵੀ ਦਿਨ ਬਾਅਦ 2-3 ਵਾਰੀ ਖਾ ਲਓ, ਉਹ ਬਹੁਤ ਛੇਤੀ ਆਰਾਮ ਕਰੂਗਾ ਜੀ। ਫਿਰ 7 ਇਸਬਗੋਲ ਜਿਹੜਾ ਹੁੰਦਾ ਇਹ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਪਾ ਕੇ ਖਾਣਾ ਹੈਗਾ। ਇਹ ਵੀ ਸਾਰੇ ਉਹਨੇ ਅੰਦਰਲੇ ਜਿਹੜੇ ਜ਼ਖਮ ਵੀ ਹੋਏ ਜਿਸ ਤਰ੍ਹਾਂ ਅਲਸਰ ਦੇ ਹੋ ਜਾਂਦੇ ਉਹਦੇ ਨਾਲ ਵੀ ਠੀਕ ਹੋ ਜਾਊਗਾ ਜੀ ਇਹ। ਫਿਰ ਜੇ ਇੰਡੀਆ ਹੈਗਾ ਭਾਈ ਕੋਈ ਤਾਂ ਆਪਣੇ ਉਹ ਕਿੱਕਰ ਦੀਆਂ ਪੱਤੀਆਂ ਹੁੰਦੀਆਂ ਜੀ, ਹਰੀਆਂ ਕਿੱਕਰ ਦੇ ਪੱਤੇ ਜਿਹੜੇ ਹੁੰਦੇ ਉਹਨਾਂ ਦਾ ਰਸ ਕੱਢ ਕੇ 1 ਚਮਚਾ ਉਹ ਤੇ 1 ਚਮਚਾ ਸ਼ਹਿਦ ਮਿਲਾ ਕੇ ਪੀ ਲਵੇ, ਉਹਦੇ ਵੀ ਟੱਟੀਆਂ ਖੂਨ ਵਾਲੀਆਂ ਬੰਦ ਹੋ ਜਾਂਦੀਆਂ। ਤੇ ਫਿਰ ਤੁਸੀਂ ਨਹੀਂ ਲੈ ਸਕਦੇ, ਜਦ ਸਾਰਿਆਂ ਤੋਂ ਸੌਖਾ ਇਲਾਜ ਹੈਗਾ 50 ਗ੍ਰਾਮ ਤੁਸੀਂ ਰਾਈ ਲੈਣੀ ਹੈਗੀ ਤੇ 50 ਗ੍ਰਾਮ ਮੇਥੀ ਲੈਣੀ ਹੈਗੀ। ਉਹਨਾਂ ਨੂੰ ਪੀ ਕੇ ਤੇ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਇਹ ਠੰਡੇ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਨਾਲ। ਜੇ ਨਹੀਂ ਤੁਸੀਂ ਆਪਣੇ ਬੇਲਗਿਰੀ ਆਪਣੇ ਲੈਣਾ ਹੈਗਾ, ਜੇ ਤੁਹਾਨੂੰ ਪਾਊਡਰ ਮਿਲਦਾ ਹੈਗਾ ਬਾਈ ਚਾਂਸ ਨਹੀਂ ਮੁਰੱਬਾ ਮਿਲਦਾ, ਤਾਂ ਤੁਸੀਂ ਬੇਲ ਪਾਊਡਰ ਲਿਖਿਆ ਹੋਗਾ 50 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ, ਮਿਸ਼ਰੀ 100 ਗ੍ਰਾਮ, ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਇਹਦੇ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, 1 ਚਮਚਾ 3 ਵਾਰੀ ਤੁਸੀਂ ਲੈਣਾ ਹੈਗਾ ਜੀ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਪੁੱਛਦੇ ਸੀਗੇ ਆਪਣੇ ਦਿਲ ਦੀ ਮੇਰਾ ਘਬਰਾਉਂਦਾ ਹੈਗਾ, ਘਬਰਾਹਟ ਜੀ ਰਹਿੰਦੀ ਹੈਗੀ, ਦਿਲ ਮੇਰਾ ਬਾਲਾ ਘਬਰਾਉਂਦਾ ਹੈਗਾ, ਉਹ ਤੁਸੀਂ ਬ੍ਰਹਮੀ ਪਾਊਡਰ ਲੈਣਾ ਹੈਗਾ 20 ਗ੍ਰਾਮ, ਤਿਰਫਲਾ ਲੈਣਾ ਹੈਗਾ 60 ਗ੍ਰਾਮ, ਕਾਲੀ ਮਿਰਚਾਂ ਲੈਣੀਆਂ ਹੈਗੀਆਂ 5 ਗ੍ਰਾਮ। ਇਹ ਮਿਕਸ ਕਰਕੇ ਕੁੱਟ ਕਰਕੇ ਰੱਖ ਲਓ ਤੁਸੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਲੈ ਸਕਦੇ ਹੈਗੇ। ਜੇ ਤੁਹਾਨੂੰ ਉਹਨੇ ਕੋਈ ਚੋਭ ਜੀ ਮਹਿਸੂਸ ਹੁੰਦੀ ਹੈ ਦਿਲ ਦੇ ਵਿੱਚੋਂ ਜਾਂ ਮਾੜਾ ਮੋਟਾ ਕਈ ਵਾਰੀ ਚਸਕ ਜੀ ਪੈਂਦੀ ਹੁੰਦੀ ਦਿਲ ਦੇ ਵਿੱਚੋਂ, ਤਾਂ ਉਹਦੇ ਵਿੱਚੋਂ ਤੁਸੀਂ ਆਪਣੇ 2 ਕੇਲੇ ਆਪਣੇ ਲੈ ਲੈਣੇ ਹੈਗੇ
ਤੇ 2 ਚਮਚੇ ਸ਼ਹਿਦ ਦੇ, ਇਹ ਤੁਸੀਂ ਉਹਨੇ ਮਿਲਾ ਕੇ ਖਾ ਲੈਣੇ ਹੈਗੇ। ਜਾਂ ਫਿਰ 1 ਚਮਚਾ ਤੁਸੀਂ ਜਵੈਣ ਦਾ ਵੀ ਲੈ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਰਹੂਗੀ ਇਹਦੇ ਵਾਸਤੇ। ਜਾਂ ਫਿਰ ਉਹਨੇ ਜੇ ਹੁਣ ਤੁਹਾਨੂੰ ਦਰਦ ਜਾਂ ਫੀਲ ਸਟਾਰਟ ਹੁੰਦਾ ਤਾਂ ਤੁਸੀਂ ਅੰਗੂਰਾਂ ਦਾ ਰਸ ਵੀ ਪੀ ਸਕਦੇ ਹੈਗੇ ਇਹਦੇ ਵਿੱਚੋਂ। ਅੱਧਾ ਕੁ ਕੱਪ ਉਹਨੇ ਸਵੇਰ ਨੂੰ ਪੀ ਲਿਆ, ਅੱਧਾ ਸ਼ਾਮ ਨੂੰ ਪੀ ਲਿਆ, ਉਹ ਵੀ ਆਪਣੇ ਠੀਕ ਕਰ ਦਿੰਦਾ ਇਹ। ਫਿਰ ਨਹੀਂ ਤਾਂ ਔਲੇ ਦਾ ਮੁਰੱਬਾ ਲੈ ਕੇ ਉਹਦੇ ਵਿੱਚੋਂ 3-4 ਬੂੰਦਾਂ ਤੁਸੀਂ ਅੰਬ ਧਾਰੇ ਦੀਆਂ ਪਾ ਲੈਣੀਆਂ ਹੈਗੀਆਂ, ਉਹ ਤੁਸੀਂ ਖਾ ਲਓ। ਇਹਦੇ ਨਾਲ ਵੀ ਸਾਰਾ ਦਰਦ ਜਾਂ ਕੋਈ ਹੋਰ ਘਬਰਾਹਟ ਹੁੰਦੀ ਉਹ ਠੀਕ ਹੋ ਜੂਗੀ ਜੀ। ਫਿਰ ਲਸਣ ਵੀ ਠੀਕ ਹੈਗਾ, 2 ਕਲੀਆਂ ਤੁਸੀਂ ਲਸਣ ਦੀਆਂ ਖਾ ਲਓ। ਫਿਰ ਨਿੰਬੂ ਪਾਣੀ ਤੁਸੀਂ ਪੀਏ ਕਰੋ ਰੋਜ਼, ਇਹ ਵੀ ਵਧੀਆ ਚੀਜ਼ ਰਹੇਗੀ ਸਾਡੇ ਵਾਸਤੇ। ਨਹੀਂ ਤਾਂ ਬੇਹੜੇ ਦਾ ਚੂਰਨ ਲੈਣਾ ਹੈਗਾ 50 ਗ੍ਰਾਮ, ਬੇਹੜੇ ਜਿਹੜੇ ਹੁੰਦੇ, ਤੇ ਅਸਗੰਧ ਇਹ ਵੀ 50 ਗ੍ਰਾਮ ਲੈਣਾ ਹੈਗਾ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਇਹ ਲੈ ਸਕਦੇ ਹੈਗੇ। ਜੇ ਤੁਹਾਡੇ ਕੋਲ ਧੜਕਣ ਦੀ ਪ੍ਰੋਬਲਮ ਹੈ ਦਿਲ 'ਚ, ਵੀ ਦਿਲ ਬਾਹਲਾ ਧੜਕਦਾ ਹੈਗਾ, ਤਾਂ ਤੁਸੀਂ ਗਾਜਰਾਂ ਦੀ ਖੀਰ ਬਣਾ ਕੇ ਸ਼ੱਕਰ ਪਾ ਕੇ ਤੁਸੀਂ ਖਾਣੀ ਹੈਗੀ। ਇਹਦੇ ਨਾਲ ਸਾਰਾ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਤੇ ਆਪਣੇ ਦਿਲ ਨੂੰ ਤਾਕਤ ਦੇਣੇ ਵਾਲੀ ਚੀਜ਼ ਹੈਗੀ। ਗਾਜਰਾਂ ਦਾ ਮੁਰੱਬਾ ਖਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਪੇਟ ਗੈਸ ਜੀ ਬਾਹਲੀ ਹੁੰਦੀ ਹੈਗੀ, ਉਹ ਜਾਂ ਗੈਸ ਦਾ ਗੋਲਾ ਜਾਂ ਵੱਜਿਆ ਹੋਇਆ ਹੈਗਾ ਜਾਂ ਫਾਰਾ ਹੈਗਾ ਜਿਸ ਤਰ੍ਹਾਂ, ਉਹਦੇ ਵਿੱਚੋਂ ਤੁਸੀਂ 10 ਗ੍ਰਾਮ ਕਾਲਾ ਨੂਣ ਲੈਣਾ ਹੈਗਾ, 10 ਗ੍ਰਾਮ ਪੀਲੀ ਹਰੜਾਂ ਦਾ ਛਿਲਕਾ ਲੈਣਾ ਹੈਗਾ, ਜਾਂ ਜੀ ਹਰੜਾਂ ਦਾ ਪਾਊਡਰ ਵੀ ਲਿਖਿਆ ਵਾ ਹੋਊਗਾ ਉਹਦੇ ਉੱਤੇ, ਪੀਲੀ ਹਰੜਾਂ ਦਾ ਹੀ ਹੁੰਦਾ ਜੇ ਹਰੜ ਪਾਊਡਰ ਲਿਖਿਆ ਵਾ ਉਹਦੇ ਲਿਫਾਫੇ ਦੇ ਉੱਤੇ। ਫਿਰ 10 ਗ੍ਰਾਮ ਤੁਸੀਂ ਸੁਨਾਹ ਦੇ ਪੱਤੇ ਲੈਣੇ ਹੈਗੇ। ਤਿੰਨੇ ਚੀਜ਼ਾਂ ਪੀ ਕੇ ਤੁਸੀਂ 1 ਚਮਚਾ ਤੁਸੀਂ ਰਾਤ ਨੂੰ ਕੋਸੇ ਜਿਹੇ ਪਾਣੀ ਨਾਲ ਲੈਣਾ ਹੈਗਾ ਜੀ ਇਹਦੇ ਵਿੱਚ। ਜਾਂ ਫਿਰ ਤੁਸੀਂ ਉਹਨੇ 3-4 ਇਲਾਇਚੀਆਂ ਲੈ ਕੇ ਛੋਟੀਆਂ ਪਾਣੀ ਨਾਲ ਉਬਾਲਣੀਆਂ ਹੈਗੀਆਂ, ਤੇ 1 ਚੁਟਕੀ ਵਿੱਚੋਂ ਹਿੰਗ ਪਾ ਦੇਣੀ ਹੈਗੀ ਉਹਦੇ ਪਾਣੀ ਉਬਲਦੇ ਵਿੱਚ, ਤੇ ਅੱਧਾ ਨਿੰਬੂ ਨਿਚੋੜ ਕੇ ਵਿੱਚੋਂ ਇਹ ਤੁਸੀਂ ਉਹਨੇ ਪੀਣਾ ਹੈਗਾ ਜੀ ਦਿਨ ਬਾਅਦ 2 ਵਾਰੀ, ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਅਨਾਰ ਦਾ ਜੂਸ ਤੁਸੀਂ ਆਪਣੇ 2-3 ਵਾਰੀ ਦਿਨ ਬਾਅਦ ਪੀ ਲਓ, ਇਹ ਵੀ ਠੀਕ ਕਰ ਦਿੰਦਾ ਹੈਗਾ ਜੀ। ਜਾਂ ਫਿਰ ਨਹੀਂ ਤਾਂ ਨਸ਼ਾਦਰ ਠੀਕਰੀ ਤੁਸੀਂ ਲੈਣਾ ਹੈਗਾ 50 ਗ੍ਰਾਮ, ਇਹਨੂੰ ਲੈ ਕੇ ਤੁਸੀਂ ਤਵੇ ਦੇ ਉੱਤੇ ਜਿਸ ਤਰ੍ਹਾਂ ਖਿੱਲ ਜੀ ਕਰਦੇ ਹੁੰਦੇ, ਇਹਦੀ ਖਿੱਲ ਕਰ ਦੇਣੀ ਹੈਗੀ ਇਹਦੀ, ਤੇ ਇਹਦੀ 1 ਚੁਟਕੀ ਸਵੇਰ ਨੂੰ 1 ਸ਼ਾਮ ਨੂੰ, ਇਹ 2 ਟਾਈਮ ਲੈ ਲਿਆ ਕਰੋ। ਇਹਦੇ ਨਾਲ ਵੀ ਗੈਸ ਗੂਸ ਸਾਰੀ ਆਪਣੇ ਠੀਕ ਹੋ ਜਾਂਦੀ। ਫਿਰ ਜੇ ਤੁਹਾਨੂੰ ਕਬਜੀ ਹੈ ਫੀਲ ਹੁੰਦਾ, ਤੁਹਾਨੂੰ ਕਬਜੀ ਕਰਕੇ ਆਪਣੇ ਗੈਸ ਹੋ ਸਕਦੀ ਹੈਗੀ, ਤਾਂ ਤੁਸੀਂ 2 ਚਮਚੇ ਅਰੰਡੀ ਦਾ ਤੇਲ ਰਾਤ ਨੂੰ ਉਹਨੇ ਦੁੱਧ ਵਿੱਚ ਪਾ ਕੇ ਕੋਸੇ ਦੁੱਧ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਨਹੀਂ ਤਾਂ 3-4 ਲੌਂਗ ਜਿਹੜੇ ਹੁੰਦੇ ਹੈਗੇ ਉਹ ਪਾਣੀ ਨਾਲ ਉਬਾਲ ਕੇ ਉਹ ਪੀ ਸਕਦੇ ਹੈਗੇ ਤੁਸੀਂ। ਜਾਂ ਨਹੀਂ 5-7 ਲੌਂਗ ਤੁਸੀਂ ਇੱਕ ਪਾਣੀ ਦੇ ਜੱਗ 'ਚ ਭਿਓ ਕੇ ਰੱਖ ਦਿਓ ਰਾਤ ਨੂੰ, ਸਵੇਰ ਜਦ ਤੁਸੀਂ ਪਾਣੀ ਯੂਜ਼ ਕਰਨਾ ਹੈਗਾ ਉਹ ਲੌਂਗਾਂ ਵਾਲਾ ਪਾਣੀ ਪੀ ਚੱਲੋ, ਉਹਦੇ ਨਾਲ ਵੀ ਠੀਕ ਹੋ ਜਾਂਦਾ ਕੰਮ। ਜਿਹੜੇ ਕਹਿੰਦੇ ਸੀਗੇ ਵਾਲ ਝੜਦੇ ਹੈਗੇ ਮੇਰੇ, ਉਹ ਤੁਸੀਂ ਆਪਣੇ ਔਲੇ ਦਾ ਪਾਊਡਰ ਤੇ ਬੇਹੜਿਆਂ ਦਾ ਪਾਊਡਰ, ਇਹ ਤੁਸੀਂ ਆਪਣੇ ਪਾਣੀ ਨਾਲ ਘੋਲ ਕੇ ਲੇਪ ਜਾਂ ਬਣਾ ਲੈਣਾ ਹੈਗਾ, ਇਹ ਫਿਰ ਵਾਲਾਂ 'ਚ ਲਗਾਉਣਾ ਹੈਗਾ ਜੀ ਤੁਸੀਂ, ਤੇ ਉਹ ਲਗਾ ਕੇ ਅੱਧੇ ਕੁ ਘੰਟੇ ਬਾਅਦ ਤੁਸੀਂ ਉਹਨੇ ਨਹਾ ਲੈਣਾ ਹੈਗੇ। ਨਹੀਂ ਤਾਂ ਆਪਣੇ 1 ਚਮਚਾ ਤੁਸੀਂ ਨਿੰਬੂ ਦਾ ਰਸ ਲੈਣਾ ਹੈਗਾ, 1 ਚਮਚਾ ਪਿਆਜ਼ ਦਾ ਰਸ ਲੈਣਾ ਹੈਗਾ, 1 ਚਮਚਾ ਲਸਣ ਦਾ ਰਸ ਲੈਣਾ ਹੈਗਾ। ਇਹ ਤਿੰਨਾਂ ਨੂੰ ਮਿਕਸ ਕਰਕੇ ਜੜ੍ਹਾਂ ਵੱਲ ਲਗਾ ਕੇ ਅੱਧੇ ਘੰਟੇ ਬਾਅਦ ਤੁਸੀਂ ਇਹ ਨਾਲੇ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਨਹੀਂ ਤਾਂ ਬਣਿਆ ਬਣਾਇਆ ਭਰਿੰਗਰਾਜ ਦਾ ਤੇਲ ਮਿਲ ਜਾਂਦਾ ਜੀ, ਹਰੇਕ ਸਟੋਰਾਂ 'ਚ ਪਿਆ ਇਹ ਭਰਿੰਗਰਾਜ ਤੇਲ ਦਾ ਨਾਂ ਹੈਗਾ। ਉਹ ਤੁਸੀਂ ਉਂਗਲੀਆਂ ਨਾਲ ਜਿਸ ਤਰ੍ਹਾਂ ਤੇਲ ਲਗਾਉਂਦੇ ਹੁੰਦੇ ਜੜ੍ਹਾਂ 'ਚ, ਉਸ ਤਰ੍ਹਾਂ ਤੁਸੀਂ ਲਗਾਉਣਾ ਹੈਗਾ। ਇਹਦੇ ਨਾਲ ਵੀ ਵਾਲ ਝੜਨੇ ਹਟ ਜਾਂਦੇ ਜੀ, ਕਦੇ ਉੱਗਣ ਵੀ ਲੱਗ ਜਾਂਦੇ ਵਾਲ ਇਹਦੇ ਨਾਲ। ਫਿਰ ਨਹੀਂ ਤਾਂ 100 ਗ੍ਰਾਮ ਪਿੱਸੇ ਵੇ ਤੁਸੀਂ ਔਲੇ ਲੈਣੇ ਹੈਗੇ, 100 ਗ੍ਰਾਮ ਇਹ ਰਿੱਠਿਆਂ ਦਾ, ਜਿਹੜੇ ਰਿੱਠੇ ਹੁੰਦੇ ਉਹਨਾਂ ਦੇ ਛਿਲਕਾਂ ਦਾ ਚੂਰਨ ਬਣਾ ਲੈਣਾ ਹੈਗਾ, ਉਹ ਲੈਣਾ ਹੈਗਾ। ਤੇ 100 ਗ੍ਰਾਮ ਇਹ ਤੁਸੀਂ ਸ਼ਿਕਾਕਾਈ ਲੈਣੀ ਹੈਗੀ, ਤਿੰਨਾਂ ਨੂੰ ਮਿਕਸ ਕਰ ਲੈਣਾ ਹੈਗਾ ਜੀ। ਤੇ ਇਹਦੇ ਵਿੱਚੋਂ ਤੁਸੀਂ ਆਪਣੇ 1 ਕੱਪ ਪਾਣੀ ਦਾ ਲੈ ਕੇ ਉਹਦੇ ਵਿੱਚੋਂ ਚਮਚਾ 2 ਚਮਚੇ ਪਾ ਕੇ ਇਹਦੇ ਪਾਊਡਰ ਦੇ, ਉਹ ਜਿਹੜਾ ਉਬਾਲਣਾ ਹੈਗਾ ਥੋੜ੍ਹਾ ਜਿਹਾ, ਉਹ ਫਿਰ ਤੁਸੀਂ ਉਹਨੇ ਸਿਰਮਾ ਲਗਾ ਕੇ ਉਹਦੇ ਬਾਅਦ ਤੁਸੀਂ ਆਪਣੇ ਨਹਾ ਸਕਦੇ ਹੈਗੇ। ਜਿਹੜੇ ਸਿੰਘ ਜੀ ਆਪਣੇ ਠੰਡ ਕਹਿੰਦੇ ਸੀਗੇ, ਠੰਡ ਲੱਗਦੀ ਰਹਿੰਦੀ ਹੈਗੀ ਬਾਹਲੀ, ਉਹ ਆਪਣੇ ਲਸਣ ਲੈਣਾ ਹੈਗਾ ਤੁਸੀਂ, ਅਜਵਾਇਨ ਤੇ ਸੁੱਕਾ ਨਾਰੀਅਲ। ਲਸਣ ਦਾ ਭਾਵੇਂ ਜਿਹੜਾ ਲਸਣ ਦਾ ਪਾਊਡਰ ਜੀ ਹੁੰਦਾ ਉਹੀ ਲੈ ਲਓ, ਜੇ ਤਾਜ਼ਾ ਲੈਣਾ ਤਾਂ ਤਾਜ਼ਾ ਲੈ ਲਓ। ਇਹਦੀ ਚਟਨੀ ਜੀ ਬਣਾ ਲਓ, ਨਾਰੀਅਲ ਪਾ ਕੇ ਥੋੜ੍ਹਾ ਜਿਹਾ ਤੇ ਲਸਣ ਪਾ ਕੇ ਤੇ ਅਜਵਾਇਨ ਪਾ ਕੇ ਇਹਦੀ ਚਟਨੀ ਬਣਾ ਕੇ 1 ਚਮਚਾ ਤੁਸੀਂ ਆਪਣੇ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਲਓ। ਇਹਦੇ ਨਾਲ ਠੰਡ ਸਾਰੀ ਆਣੇ ਬਿਲਕੁਲ ਹਟ ਜੂਗੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਉਹਨੇ ਫਲਿਊਜ ਵਾਸਤੇ ਪੁੱਛਦੇ ਨੇ, ਤਾਂ ਫਲਿਊ ਵਾਸਤੇ ਤਾਂ ਆਪਣੇ 1 ਚਮਚਾ ਜਿਹੜਾ ਮਗਾਂ ਹੁੰਦੀਆਂ ਜੀ, 1 ਮਗ ਸੱਚ ਜਾਂ 1 ਮਗ ਦਾ 1 ਚਮਚਾ ਹੀ ਬਣ ਜਾਣਾ ਆਲਮੋਸਟ। 1 ਚਮਚਾ ਤੁਸੀਂ ਮਗਾਂ ਦਾ ਪਾਊਡਰ, ਜੇ ਨਹੀਂ ਤਾਂ 1 ਮਗ ਪਾਣੀ ਨਾਲ ਚੰਗੀ ਤਰ੍ਹਾਂ ਉਬਾਲ ਕੇ ਉਹਦੇ ਵਿੱਚ ਸ਼ਹਿਦ ਪਾ ਕੇ 2-3 ਵਾਰੀ ਪੀਓ, ਇਹਦੇ ਨਾਲ ਸਾਰਾ ਫਲੂ ਬਹੁਤ ਛੇਤੀ ਠੀਕ ਹੋ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਸੌਂਫ, ਮਲੱਠੀ ਤੇ ਧਨੀਆ ਇਹ ਬਰਾਬਰ ਲੈ ਕੇ ਤੁਸੀਂ ਇੱਕ ਰੱਖ ਲਓ, ਤੇ ਉਹਦੇ ਵਿੱਚੋਂ ਤੁਸੀਂ 1 ਚਮਚੇ ਦੀ ਚਾਹ ਜੀ ਬਣਾ ਕੇ ਚਾਹ ਬਣਾ ਲੈਣੀ ਹੈਗੀ ਉਹਦੀ। ਤੇ ਅੱਧਾ ਤੁਸੀਂ ਆਪਣੇ ਕਾਲੇ ਛੋਲੇ ਜਿਹੜੇ ਹੁੰਦੇ ਜਿੰਨੇ ਕੁ ਤੁਸੀਂ ਖਾਣੇ ਹੈਗੇ ਭੁੰਨੇ ਹੋਏ ਛੋਲੇ, ਉਹ ਖਾ ਕੇ ਉੱਪਰ ਤੇ ਚਾਹ ਪੀ ਲੈਣੀ ਹੈਗੀ ਤੁਸੀਂ।
ਇਹ ਵੀ ਆਪਣੇ ਨਜ਼ਲੇ ਵਾਸਤੇ, ਪੁਰਾਣਾ ਨਜ਼ਲਾ ਹੋਵੇ ਉਹਨੂੰ ਵੀ ਠੀਕ ਕਰ ਦਿੰਦਾ ਜੀ। ਫਿਰ ਨਹੀਂ ਤਾਂ ਆਪਣੇ ਸੁਹਾਗੇ ਦੀ ਖਿੱਲ ਤੁਸੀਂ ਇੱਕ ਚੁਟਕੀ ਇੱਕ ਸ਼ਹਿਦ ਦੇ ਵਿੱਚ ਮਿਕਸ ਕਰਕੇ ਰੋਜ਼ ਖਾਈ ਚੱਲੋ, ਇਹ ਵੀ ਆਪਣੇ ਨਜ਼ਲੇ ਜ਼ੁਕਾਮ ਵਾਸਤੇ ਵਧੀਆ ਚੀਜ਼ ਹੋਗੀ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਨੱਕ ਮਾਰ ਸੁੰਘਣੇ ਦੀ ਸ਼ਕਤੀ ਖਤਮ ਹੋਈ ਵੀ ਹੈ, ਵੀ ਉਹਨੂੰ ਪਤਾ ਨਹੀਂ ਲੱਗਦਾ ਹੈਗਾ ਸਮੈਲ ਦਾ, ਇਹ ਪਿਛਲੇ ਵੀਕ ਵੀ ਦੱਸਿਆ ਸੀਗਾ, ਪਰ ਸ਼ਾਇਦ ਉਹਨਾਂ ਨੇ ਸੁਣਿਆ ਨਹੀਂ ਮੇਰਾ ਖਿਆਲ। ਜਿਹੜੇ ਕਨੇਰ ਦੇ ਪੱਤੇ ਹਨ ਜੀ, ਇੱਥੇ ਤੁਹਾਡੇ ਕੰਨੇ ਤਾਂ ਕਨੇਰ ਦੇ ਦਰਖਤ ਬਥੇਰੇ ਹੈਗੇ, ਹਾਂਜੀ, ਉਹਨਾਂ ਦੇ ਪੱਤੇ ਸੁਕਾ ਕੇ ਉਹਨਾਂ ਨੂੰ ਐਨ ਜਮਾਂ ਤੇ ਪੀਲੇ ਨਾ, ਫਿਰ ਕੱਪੜ ਛਾਨ ਕਰ ਲੈਣਾ, ਫਿਰ ਉਹਦੇ ਨਾਲ ਸਵਾਦ ਲੈਣੀ ਹੈਗੀ ਜੀ। ਇੱਕ ਚੁਟਕੀ ਭਰ ਕੇ ਨੱਕ ਮਾਰਨ ਤੋਂ ਸੜਾਕਾ ਜਿਹਾ ਮਾਰ ਲਓ, ਉਹਦੇ ਨਾਲ ਆਪਣੇ ਠੀਕ ਹੋ ਜਾਂਦੀ ਸਾਰੀ ਜਿਹੜੀ ਵਾਪਸ ਆ ਜੂਗੀ ਸਾਰੀ ਸੁੰਘਣੇ ਦੀ ਸ਼ਕਤੀ ਜਿਹੜੀ ਹੋਗੀ। ਅੱਜ ਕੱਲ੍ਹ ਠੰਡ ਦਾ ਮੌਸਮ ਹੈਗਾ ਜੀ, ਆਪਣੇ ਬੱਚਿਆਂ ਦੀ ਕਈ ਵਾਰੀ ਪਸਲੀਆਂ ਜਾਂ ਠੰਡ ਲਾ ਕੇ ਚੱਲਣ ਲੱਗ ਜਾਂਦੀਆਂ ਹੈਗੀਆਂ, ਜਿਸ ਦਾ ਸਾਹ ਲੈਣਾ ਵਾ ਤਕਲੀਫ ਹੁੰਦੀ, ਤੁਹਾਨੂੰ ਪਤਾ ਲੱਗਦਾ ਜਦ ਬੱਚਾ ਸਾਹ ਲੈਂਦਾ ਐਨ ਹੁੰਦਾ, ਉਹਦੇ ਵਾਸਤੇ ਵਧੀਆ ਚੀਜ਼ ਹੈਗੀ ਜੀ ਇਹ ਕਾਲੀ ਮਿਰਚਾਂ, ਸੁੰਡ ਤੇ ਮਗਾਂ ਤੇ ਔਲਾ। ਐਂ ਕਰੋ, ਕਾਲੀ ਮਿਰਚਾਂ 10 ਗ੍ਰਾਮ ਲੈ ਲਓ, ਸੁੰਡ 10 ਗ੍ਰਾਮ, ਮਗਾਂ 10 ਗ੍ਰਾਮ, 30 ਗ੍ਰਾਮ ਹੋ ਗਿਆ। 30 ਗ੍ਰਾਮ ਇਹਦੇ ਵਿੱਚ ਤੁਸੀਂ ਆਪਣੇ ਤਿਰਫ ਦਾ ਪਾਊਡਰ ਮਿਕਸ ਕਰ ਲੈਣਾ ਹੈਗਾ, ਤੇ ਬੱਚਾ ਹੈਗਾ ਉਹਨੂੰ ਇਹਦੇ ਵਿੱਚ ਤੁਸੀਂ ਅੱਧਾ ਚਮਚਾ ਸਮਝ ਲਓ, ਅੱਧੇ ਤੇ ਵੀ ਅੱਧੇ ਥੋੜਾ ਚੌਥਾ ਹਿੱਸਾ ਚਮਚੇ ਦਾ, ਤੇ ਅੱਧੇ ਚਮਚੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਇਹ ਤੁਸੀਂ ਦੋ ਤਿੰਨ ਵਾਰੀ ਦੇ ਦਿਓ, ਇਹਦੇ ਨਾਲ ਤੁਹਾਨੂੰ ਫਰਕ ਪੈ ਜਾਵੇ ਜੀ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਦੇ ਸਕਦੇ ਸਰੋਂ ਦੇ ਤੇਲ ਦੇ ਵਿੱਚ ਲਸਣ ਤੇ ਔਲਾ ਚੂਰਨ ਮਿਕਸ ਕਰਕੇ ਇਹਨੂੰ ਗਰਮ ਕਰਨਾ ਹੈਗਾ, ਥੋੜਾ ਜਿਹਾ ਗਰਮ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਬੱਚਿਆਂ ਦੇ ਆਪਣੇ ਛਾਤੀ ਦੇ ਉੱਤੇ। ਨਹੀਂ ਤਾਂ ਤਾਰਪੀਨ ਦਾ ਤੇਲ ਤੁਸੀਂ ਲੈਣਾ ਹੈਗਾ 50 ਗ੍ਰਾਮ, ਟਰਪੈਂਟਾਈਲ ਆਇਲ ਕਹਿੰਦੇ ਹੈਗੇ ਇਹਨੂੰ, ਪੇਂਟ ਵਾਲੀ ਸਟੋਰਾਂ 'ਚ ਮਿਲ ਜੂਗਾ ਜੀ ਇਹ। ਉਨਾ ਹੀ ਤੁਸੀਂ ਤਿਲਾਂ ਦਾ ਤੇਲ ਲੈਣਾ ਹੈਗਾ, ਇਹ ਮਿਕਸ ਕਰਕੇ ਇਹਦੇ ਵਿੱਚ 2-3 ਟਿੱਕੀਆਂ ਤੁਸੀਂ ਆਪਣੇ ਮੁਸ਼ਕ ਦੀਆਂ ਪਾ ਦੇਣੀਆਂ ਹੈਗੀਆਂ ਜੀ, ਤੇ ਇੱਕ ਚੁਟਕੀ ਥੋੜੀ ਜਿਹੀ ਆਪਣੇ ਵਿੱਚ ਹਿੰਗ ਪਾ ਦੇਣੀ ਹੈਗੀ। ਤੇ ਇਹਨਾਂ ਦੇ ਐਵੇਂ ਥੋੜਾ ਕੋਸਾ ਜਿਹਾ ਕਰਕੇ ਚਮਚੇ ਇੱਕ ਕੌਲੀ ਤੁਸੀਂ ਕੱਢ ਲਓ, ਥੋੜਾ ਜਿੰਨੇ ਮਾਲਿਸ਼ 2 ਚਮਚੇ, ਉਹ ਕੋਸਾ ਜਿਹਾ ਹੋ ਗਿਆ ਜਦ ਉਹਦੇ ਮਾਲਿਸ਼ ਕਰਨੀ ਹੈਗੀ ਜੀ। ਫਿਰ ਆਪਣੇ ਐਨ ਚੰਗੀ ਤਰ੍ਹਾਂ ਉਹਨੇ ਵੀ ਬੱਚੇ ਨੂੰ ਬਾਹਰ ਨਹੀਂ ਨਿਕਲਣ ਦੇਣਾ, ਹਵਾ ਨਾ ਲੱਗੇ ਉਹਨੂੰ, ਇਹਦੇ ਨਾਲ ਵੀ ਬਹੁਤ ਛੇਤੀ ਆਰਾਮ ਆਉਂਦਾ ਜੀ। ਮੇਰੇ ਡੈਡੀ ਸੀਗੇ ਬਹੁਤ ਯੂਜ਼ ਕਰਦੇ ਤੇ ਇਹ ਨੁਸਖੇ ਨੂੰ ਜੀ, ਤਾਰ ਪੀਂਦੇ ਤੇ ਬੋਲੇ ਨੂੰ ਬਹੁਤ ਛੇਤੀ ਆਰਾਮ ਆ ਜਾਂਦਾ ਇਹਦੇ ਨਾਲ। ਜਾਂ ਫਿਰ ਬੱਚਿਆਂ ਜੇ ਠੰਡ ਜਿਹੀ ਲੱਗੀ ਰਹਿੰਦੀ ਹੈਗੀ ਤਾਂ ਉਹਨੇ ਜਿਹੜਾ ਮੱਛੀ ਦਾ, ਜੇ ਛੋਟੇ ਬੱਚੇ ਹੈਗੇ ਤਾਂ ਮੱਛੀ ਦਾ ਤੇਲ ਜਿਹੜਾ ਹੁੰਦਾ ਜੀ, ਉਹਦੀਆਂ 10 ਬੂੰਦਾਂ ਤੁਸੀਂ ਆਪਣੇ ਕੌਡ ਲੀਵਰ ਆਇਲ ਆਮ ਡਰੱਗ ਸਟੋਰ 'ਚ ਤੁਹਾਨੂੰ ਮਿਲ ਜੂਗਾ ਆਰਾਮ ਨਾਲ, 10 ਬੂੰਦਾਂ ਤੁਸੀਂ ਦੁੱਧ ਪਿਲਾ ਦਿਓ, ਇਹਨਾਂ ਬੱਚਿਆਂ ਨੂੰ ਠੰਡ ਨਹੀਂ ਲੱਗਦੀ ਇਹਦੇ ਨਾਲ। ਜੇ ਲੱਗੀ ਵੀ ਹੈਗੀ ਤਾਂ ਵੀ ਤੁਹਾਨੂੰ ਛੇਤੀ ਠੀਕ ਹੋ ਜਾਂਦੀ। ਜੋ ਕਿ ਬੱਚਾ ਆਪਣੇ ਗੋਲੀ ਲੈਣੇ ਜੋਗਾ ਹੈਗਾ 7-8-10 ਸਾਲ ਦਾ, ਤਾਂ ਉਹਨੂੰ ਭਾਵੇਂ ਆਪਣੇ ਇੱਕ ਕੈਪਸੂਲ ਜਾਂ ਉਹਦਾ ਮਿਲ ਜਾਂਦਾ ਹੈਗਾ, ਉਹ ਤੁਸੀਂ ਦੁੱਧ ਨਾਲ ਪਿਲਾ ਦੇ ਕਰੋ। ਨਹੀਂ ਤਾਂ ਆਪਣੇ ਤੁਸੀਂ ਆਪਣੇ 10 ਸੌਗੀ ਦੇ ਦਾਣੇ ਲੈਣੇ ਹੈਗੇ, ਇੱਕ ਲੌਂਗ ਲੈਣੀ ਹੈਗੀ, ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਇਹ ਤੁਸੀਂ ਆਪਣੇ ਬੱਚੇ ਨੂੰ ਪਿਲਾ ਸਕਦੇ ਹੈਗੇ ਜੀ। ਜਿਹੜਾ ਭੌਰੀ ਦਾ ਪੁੱਛਦੇ ਸੀਗੇ, ਉਹ ਤਾਂ ਆਪਣੇ ਭੌਰੀ ਨੂੰ ਥੋੜਾ ਜਿਹਾ ਖੁਰਚ ਕੇ ਚਾਵੇਂ ਜੇ ਨਾਲ ਜਾਂ ਸੁੱਕੇ ਕੱਪੜੇ ਨਾਲ ਉਹਦਾ ਉੱਤੇ ਸਿੱਕਰੀ ਲਾ ਕੇ ਉਹ ਕੁਆਰ ਦੇ ਗੁੱਦੇ ਦੀ ਉਹਦੇ ਬੰਨ ਦੋ ਜੀ, ਉਹਦਾ ਕੁਆਰ ਦਾ ਗੁੱਦਾ ਬੰਨ ਕੇ ਉੱਤੇ ਪੱਟੀ ਬੰਨ ਦੋ, ਲਗਾਤਾਰ ਤੁਸੀਂ ਕਰੋ, ਉਹਦੇ ਨਾਲ ਭੌਰੀ ਜਿਹੜੀ ਆਪਣੇ ਨਿਕਲ ਜਾਂਦੀ ਹੈ ਜੀ। ਇੱਕ ਵਾਰੀ ਅੱਜ ਕੱਲ੍ਹ ਇਸ ਤਰ੍ਹਾਂ ਨੇ ਕਈ ਰਹਿੰਦੇ ਉਹਨੇ ਗਲੇ ਦੇ ਵਿੱਚੋਂ ਦਾਣੇ ਜੇ ਨਿਕਲ ਜਾਂਦੇ ਹੁੰਦੇ ਜੀ, ਕਈ ਵਾਰੀ ਤਾਂ ਉਹ ਕਵਜ ਕਰਕੇ ਵੀ ਹੋ ਸਕਦੇ ਆ। ਜੇ ਕਵਜ ਪਹਿਲਾਂ ਦੂਰ ਕਰ ਲਓ, ਜੇ ਨਹੀਂ ਕਵਜ ਹੈਗੀ ਤਾਂ ਤੁਹਾਨੂੰ 2 ਚਮਚੇ ਔਲੇ ਦਾ ਜੂਸ ਪਾਣੀ ਵਿੱਚ ਪਾ ਕੇ ਹੌਲੀ ਹੌਲੀ ਉਹਨੇ ਕੁੱਟ ਕਰਕੇ ਤੁਸੀਂ ਉਹਨੇ ਪੀਣਾ ਹੈਗਾ ਜੀ। ਜਾਂ ਫਿਰ ਤੁਲਸੀ ਦਾ ਕਾੜਾ ਬਣਾ ਕੇ ਤੁਸੀਂ 10 ਪੱਤੇ 5-7 ਪੱਤੇ ਤੁਲਸੀ ਦੇ ਉਬਾਲ ਕੇ, ਜੇ ਸੁੱਕੀ ਹੈਗੀ ਤੁਲਸੀ ਦਾ 1 ਚਮਚਾ ਤੁਸੀਂ ਉਬਾਲ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਨਹੀਂ ਤਾਂ ਮੂਲੀ ਦੇ ਪਰੌਂਠੇ ਤੁਸੀਂ ਦਹੀਂ ਦੇ ਨਾਲ ਖਾ ਲਓ ਜੀ, ਮੂਲੀ ਦਾ ਪਰੌਂਠਾ ਬਣਾ ਕੇ ਦਹੀਂ ਨਾਲ ਖਾ ਲਓ, ਇਹਦੇ ਨਾਲ ਵੀ ਸਾਰੇ ਜਿਹੜੇ ਗਲਮ ਦਾਣੇ ਜੇ ਨਿਕਲੇ ਵੇ ਉਹ ਠੀਕ ਹੋ ਜਾਂਦੇ ਜੀ। ਜਾਂ ਫਿਰ ਤੁਲਸੀ ਦਾ ਰਸ 1 ਚਮਚਾ, 1 ਚਮਚਾ ਅਦਰਕ ਦਾ ਰਸ, 1 ਚਮਚਾ ਸ਼ਹਿਦ ਦਾ, ਇਹ ਤੁਸੀਂ ਮਿਕਸ ਕਰਕੇ ਆਪਣੇ ਚੱਟਣਾ ਉਂਗਲੀ ਨਾਲ। ਤੇ ਆਪਣੇ ਫਲੂ ਵਾਸਤੇ ਤੁਸੀਂ ਆਪਣੇ 1 ਚੁਟਕੀ ਲੌਂਗ ਪਿਸੇ ਵੇ, 2 ਚੁਟਕੀਆਂ ਦਾਲਚੀਨੀ ਦੀਆਂ ਤੇ 3 ਚੁਟਕੀਆਂ ਸੁੰਡ ਦੀਆਂ, ਇਹ ਪਾਣੀ ਮਾ ਉਬਾਲ ਕੇ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ ਦਿਨ ਵਿੱਚ 2 ਵਾਰੀ। ਜਿਹੜਾ ਫਲੂ ਫਲਿਆ ਜਾ ਹੁੰਦਾ ਇਹਦੇ ਨਾਲ ਹਟ ਜਾਂਦਾ ਜੀ। ਜਿਹੜਾ ਬੁਖਾਰ ਹੁੰਦਾ ਨਾਲ ਫਲੂ ਦੇ ਬੁਖਾਰ ਜੇ ਚੜਿਆ ਵਾ ਤਾਂ ਇਹਦੇ ਵਿੱਚੋਂ ਤੁਸੀਂ ਤੁਲਸੀ ਲੈਣੀ ਹੈਗੀ, ਜੇ ਪੱਤੇ ਹੈਗੇ ਤਾਂ 10 ਪੱਤੇ, ਨਹੀਂ ਤਾਂ 1 ਚਮਚਾ ਤੁਲਸੀ ਦਾ, 7 ਕਾਲੀਆਂ ਮਿਰਚਾਂ ਤੇ 1 ਮਗ ਤੇ ਥੋੜੀ ਜਿਹੀ ਮਿਸ਼ਰੀ, ਇਹ ਉਬਾਲ ਕੇ ਪੀ ਲਓ। ਇਹਦੇ ਵਾਸਤੇ ਫਲੂ ਵਾਸਤੇ ਵੀ ਉਹਨੇ ਬੁਖਾਰ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਜਿਹੜੇ ਕਹਿੰਦੇ ਡਕਾਰਾਂ ਮੇਰੀਆਂ ਹਟਦੀਆਂ ਨਹੀਂ ਹੈਗੀ, ਡਕਾਰਾਂ ਹੀ ਆਈ ਜਾਂਦੀਆਂ ਹੈਗੀਆਂ, ਉਹ ਤੁਸੀਂ ਆਪਣੇ 1 ਚੁਟਕੀ ਹਿੰਗ ਦੀ ਲੈਣੀ ਹੈਗੀ, ਗੁੜ ਦੇ ਵਿੱਚੋਂ ਮਿਲਾ ਕੇ ਖਾਣੀ ਹੈ। ਜੇ ਗੁੜ ਨਹੀਂ ਖਾਣਾ ਤਾਂ ਤੁਸੀਂ ਕੇਲਾ ਚੀਰ ਕੇ ਉਹਦੇ ਵਿੱਚੋਂ ਮਿਲਾ ਕੇ ਖਾ ਲਓ। ਜਾਂ ਫਿਰ ਤੁਸੀਂ ਆਪਣੇ 1 ਗਲਾਸ ਪਾਣੀ ਦਾ ਲੈ ਕੇ 1 ਨਿੰਬੂ ਨਿਚੋੜ ਲੈਣਾ, ਉਹਦੇ ਵਿੱਚ 3-4 ਚਮਚੇ ਸ਼ੱਕਰ ਦੇ ਪਾ ਲੈਣੇ ਹੈਗੇ, ਇਹ ਤੁਸੀਂ ਪੀ ਸਕਦੇ ਹੈਗੇ। ਜਾਂ ਫਿਰ ਪੁਦੀਨੇ ਦੀ
ਚਟਨੀ ਹੁੰਦੀ ਹੈ ਥੋੜ੍ਹੀ ਉਹ ਲੈ ਲੈਣੀ, 1 ਚਮਚਾ ਇਮਲੀ ਦੀ ਚਟਨੀ ਵਿੱਚ ਮਿਕਸ ਕਰਕੇ, ਅਤੇ ਪਾਣੀ ਦੇ ਇਹਦੇ ਵਿੱਚੋਂ ਤੁਸੀਂ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਆਪਣੇ ਖਾ ਲਓ। ਇਹਦੇ ਨਾਲ ਵੀ ਤੁਸੀਂ ਢਕਾਰ ਆਪਣੇ ਹਟ ਜਾਂਦੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈ ਕਿ 1 ਚਮਚਾ ਤੁਸੀਂ ਦੇਸੀ ਘੀ ਦਾ ਫਰਾਈ ਪੈਨ ਮਾ ਪਾ ਲੈਣਾ ਹੈਗਾ, ਅਤੇ ਉਹਦੇ ਵਿੱਚੋਂ ਤੁਸੀਂ 5-6 ਚਮਚੇ ਔਲਿਆਂ ਦਾ ਰਸ ਪਾ ਲੈਣਾ ਜੀ, ਤੜਕਾ ਜਿਹਾ ਲਗਾ ਲੈਣਾ ਸਮਝ ਲਓ ਇਹਨਾਂ, ਅਤੇ ਥੋੜ੍ਹਾ ਜਿਹਾ ਫਿਰ ਬਾਅਦ ਵਿੱਚ ਪਾਣੀ ਪਾ ਕੇ ਤੁਸੀਂ ਅੱਧਾ ਕੁ ਕੱਪ ਉਹ ਤੁਸੀਂ ਆਪਣੇ ਪੀ ਲਿਆ ਕਰੋ। ਇਹਦੇ ਨਾਲ ਵੀ ਜਿਹੜੇ ਸਾਰੇ ਢਕਾਰ ਢਕੂਰ ਆਉਂਦੇ ਖਤਮ ਹੋ ਜਾਣਗੇ ਜੀ, ਖੱਟੇ ਵੀ ਢਕਾਰ ਆਉਂਦੇ ਨਾ। ਨਹੀਂ ਤਾਂ ਮੂਲੀ ਦਾ ਜੂਸ ਲੈਣਾ ਤੁਸੀਂ ਅੱਧਾ ਕੱਪ, ਅਤੇ ਵਿੱਚੋਂ ਸ਼ੱਕਰ ਮਿਲਾ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਚੁਰਕਾ ਮਿਲਦਾ ਹੈਗਾ ਸਟੋਰਾਂ 'ਚ, ਜਿਸ ਤਰ੍ਹਾਂ ਅਜਵਾਇਣ ਦਾ, ਪੁਦੀਨਾ, ਸੌਂਫ, ਇਹਦਾ ਅਰਕ ਜਿਹਾ ਕੱਢਿਆ ਵਾ ਹੁੰਦਾ, ਚੁਰਕਾ ਕਹਿੰਦੇ ਜੀ ਉਹਨੂੰ, ਉਹ ਲੈ ਸਕਦੇ ਹੈ। ਨਹੀਂ ਤਾਂ ਇਕੱਲੀ ਅਜਵਾਇਣ ਉਹ ਤੁਸੀਂ ਲੈ ਸਕਦੇ ਹੈਗੇ, ਉਹਦੇ ਨਾਲ ਵੀ ਢਕਾਰ ਹਟ ਜਾਂਦੇ ਆ। ਫਿਰ ਨਾਰੀਅਲ ਦਾ ਪਾਣੀ ਤੁਸੀਂ ਪੀਓ, ਉਹਦੇ ਨਾਲ ਢਕਾਰ ਹਟ ਜਾਂਦੇ ਹੈਗੇ। ਫਿਰ ਜਿਸ ਤਰ੍ਹਾਂ ਨਹੀਂ ਤਾਂ ਰੋਟੀ ਖਾਣੇ ਦੇ ਬਾਅਦ 2-3 ਲੌਂਗ, 2 ਕੁ ਲੌਂਗ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚੱਲੋ ਉਹਨੂੰ, ਉਹਦੇ ਨਾਲ ਵੀ ਹਟ ਜੂਗੇ। ਫਿਰ ਕੇਲੇ ਦੇ ਉੱਤੇ ਛੋਟੀ ਇਲਾਇਚੀਆਂ ਦਾ ਪਾਊਡਰ ਪਾ ਕੇ ਉਹ ਤੁਸੀਂ ਖਾ ਲਓ, ਉਹਦੇ ਨਾਲ ਵੀ ਹਟ ਜਾਂਦੇ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਨਹੀਂ ਕੰਟਰੋਲ ਹੁੰਦਾ ਹੈਗਾ ਜ਼ਿਆਦਾ, ਉਹ ਤੁਸੀਂ ਉਹਨੇ 1 ਗਲਾਸ ਪਾਣੀ ਦੇ ਵਿੱਚੋਂ 1 ਗਲਾਸ ਦੁੱਧ, 1 ਗਲਾਸ ਪਾਣੀ ਦਾ, ਅਤੇ 1 ਜਾਂ 1.5 ਚਮਚਾ ਤੁਸੀਂ ਅਰਜਨਾ ਪਾਊਡਰ ਇਹ ਪਾ ਕੇ ਉਬਾਲਣਾ ਧਰ ਦੇਣਾ ਹੈਗਾ ਜੀ। ਇਹ ਜਦ 1 ਗਲਾਸ ਰਹਿ ਜਾਵੇ ਫਿਰ ਤੁਸੀਂ ਉਹਨੇ ਪੀਣਾ ਹੈਗਾ। ਇਹਦੇ ਨਾਲ ਪਿਸ਼ਾਬ ਕੰਟਰੋਲ ਹੋ ਜਾਂਦਾ, ਵੀ ਜ਼ਿਆਦਾ ਵੀ ਆਉਂਦਾ ਤਾਂ ਵੀ ਠੀਕ ਹੋ ਜਾਂਦਾ ਹੈ। ਨਹੀਂ ਤਾਂ ਪਾਈਨਐਪਲ ਲੈਣਾ ਹੈਗਾ ਤੁਸੀਂ 20 ਕੁ ਗ੍ਰਾਮ, ਅਤੇ ਜਿਹੜੀ ਖੰਜੂਰਾਂ ਹੁੰਦੀਆਂ ਹੈਗੀਆਂ 5-7 ਖੰਜੂਰਾਂ ਤੁਸੀਂ ਲੈ ਲੈਣੀਆਂ ਹੈਗੀਆਂ। ਇਹਨਾਂ ਨੂੰ ਮਿਕਸ ਕਰ ਲੈਣਾ ਪਾਈਨਐਪਲ ਅਤੇ ਖੰਜੂਰਾਂ ਨੂੰ, ਫਿਰ ਵਿੱਚੋਂ 1 ਚਮਚਾ ਸ਼ਹਿਦ ਦਾ ਇਹ ਪਾ ਕੇ ਤੁਸੀਂ ਖਾਣਾ ਹੈਗਾ ਜੀ। ਜਾਂ ਫਿਰ ਤੁਸੀਂ ਭੁੱਜੇ ਹੋਏ ਛੋਲੇ ਗੁੜ ਨਾਲ ਖਾ ਲਿਆ ਕਰੋ, ਇਹ ਵੀ ਸਾਰੀ ਸ਼ਕਤੀ ਨੂੰ ਕੰਟਰੋਲ ਕਰ ਦਿੰਦਾ ਜੀ, ਉਹਦੇ ਨਾਲ ਪਿਸ਼ਾਬ ਫਰਕ ਪੈਂਦਾ, ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਉਹਨੇ ਤਿਲਾਂ ਦੇ ਲੱਡੂ ਖਾ ਕੇ ਦੇਖ ਲਓ, ਉਹ ਵੀ ਵਧੀਆ ਚੀਜ਼ ਹੈਗੀ। ਫਿਰ ਮੇਥੀ ਦੀ ਸਬਜ਼ੀ ਖਾ ਲਿਆ ਕਰੋ, ਅੰਗੂਰ ਖਾ ਲਿਆ ਕਰੋ। ਸ਼ਾਮ ਨੂੰ ਤੁਸੀਂ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ ਜੀ, ਇਹ ਵੀ ਚੰਗੇ ਰਹਿੰਦੇ ਹੈਗੇ। ਨਹੀਂ ਤਾਂ 1 ਚਮਚਾ ਕਾਲੇ ਤਿਲ ਅਤੇ ਅੱਧਾ ਚਮਚਾ ਅਜਵਾਇਣ ਦਾ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ ਜੀ। ਫਿਰ ਨਹੀਂ ਤਾਂ ਜਵੱਤਰੀ ਜਿਹੜੀ ਹੁੰਦੀ ਹੈ ਜੀ, ਜਵੱਤਰੀ, ਜੈਫਲ ਜਵੱਤਰੀ ਆ ਮਸਾਲਿਆਂ ਦੇ ਵਿੱਚੋਂ ਤੁਹਾਨੂੰ ਜਿੱਥੇ ਪਏ ਹੁੰਦੇ ਉੱਥੇ ਮਿਲ ਜੂਗੀ ਜੀ। ਇਹ ਤੁਸੀਂ ਆਪਣੇ 1 ਚੁਟਕੀ ਜਵੱਤਰੀ ਦੀ ਅਤੇ ਅੱਧਾ ਚਮਚਾ ਮਿਸ਼ਰੀ ਦਾ ਇਹ ਮਿਲਾ ਕੇ ਦੁੱਧ ਦੇ ਵਿੱਚੋਂ ਮਿਲਾ ਦਿਓ, ਭਾਵੇਂ ਤਾਂ ਉਹ ਐਂ ਪੀ ਲਓ, ਨਹੀਂ ਤਾਂ ਫੱਕੀ ਜੀ ਲੈ ਕੇ ਆਪਣੇ ਉੱਪਰ 'ਤੇ ਦੁੱਧ ਪੀ ਲਓ, ਇਹ ਵੀ ਠੀਕ ਰਹਿੰਦਾ ਤੁਹਾਨੂੰ। ਫਿਰ ਅਨਾਰ ਦੇ ਛਿਲਕੇ ਤੁਸੀਂ ਆਪਣੇ ਇਹ ਵੀ ਯੂਜ਼ ਕਰ ਸਕਦੇ ਹੈਗੇ, ਅਨਾਰ ਦੇ ਛਿਲਕਿਆਂ ਦਾ ਪਾਊਡਰ 1 ਚਮਚਾ ਤੁਸੀਂ ਤਾਜ਼ੇ ਪਾਣੀ ਨਾਲ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ 1 ਛੋਟੀ ਗੱਠੀ ਅਦਰਕ ਦੀ ਲੈਣੀ ਹੈਗੀ, 5 ਕਾਲੀਆਂ ਮਿਰਚਾਂ ਅਤੇ 3-4 ਦਾਣੇ ਮਨੱਕੇ ਦੇ, ਅਤੇ 5-7 ਦਾਣੇ ਆਪਣੇ ਪਿਸਤੇ ਦੇ, ਅਤੇ 1 ਚੁਟਕੀ ਕਾਲੇ ਨੂਣ ਦੀ ਇਹਦੀ ਚਟਨੀ ਬਣਾ ਕੇ ਇਹ ਲੱਗ ਜਾਓ ਖਾਣ, ਇਹ ਵੀ ਫਰਕ ਪਾ ਦਿੰਦੀ ਹੈ ਜੀ। ਨਹੀਂ ਤਾਂ ਆਪਣੇ ਚੰਦਰ ਪ੍ਰਭਾ ਬੱਟੀ ਆਉਂਦੀ ਹੈ ਜੀ, ਐਮਾਜ਼ੋਨ ਤੋਂ ਤੁਹਾਨੂੰ ਮਿਲ ਜੂਗੀ ਚੰਦਰ ਪ੍ਰਭਾ ਬੱਟੀ, ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਇਹਦੀ ਤਾਂ ਬੈਕ ਫੀਡ ਵੀ ਆਈ ਸੀਗੀ, ਵੀ ਠੀਕ ਹੋ ਗਿਆ ਸੀ ਬੰਦਾ ਇਹਦੇ ਨਾਲ, ਚੰਦਰ ਪ੍ਰਭਾ ਬੱਟੀ ਨਾਲ। ਜੇ ਗੋਡਿਆਂ ਦੇ ਦਰਦ ਵਾਸਤੇ ਪੁੱਛਦੇ ਸੀਗੇ, ਉਹ ਲੈਣੀ ਹੈਗੀ 50 ਸਾਲ ਮਿਸ਼ਰੀ ਸਫੇਦ ਮੂਸਲੀ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਰੋਜ਼ ਖਾਣਾ ਹੈਗਾ ਜੀ। ਨਹੀਂ ਤਾਂ ਨਾਗਰ ਮੋਥਾ ਹੁੰਦਾ ਜੀ, ਇੱਕ ਨਾਗਰ ਮੋਥਾ ਤੁਹਾਨੂੰ ਪੈਕਟਾਂ ਵਿੱਚ ਮਿਲ ਜੂਗਾ ਪਾਊਡਰ, ਇਹ ਤੁਸੀਂ ਉਹਨੇ 1 ਚਮਚਾ ਤੁਸੀਂ ਉਹਨੇ ਪਾਣੀ ਨਾਲ ਇਹ ਲੈਣਾ ਹੈਗਾ ਜੀ ਤੁਸੀਂ, ਇਹ ਵੀ ਹਟਾ ਦਿੰਦਾ ਗੋਡਿਆਂ ਦੇ ਦਰਦ ਨੂੰ। ਜਾਂ ਫਿਰ ਤੁਸੀਂ ਲੈਣੀ ਹੈਗੀ ਹਾਲੋਂ, ਕਲੌਂਜੀ, ਮੇਥੀ, ਅਜਵਾਇਣ, ਇਹ ਚਾਰੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਸਵੇਰ ਨੂੰ ਲੈਣਾ ਹੈਗਾ, ਅੱਧਾ ਚਮਚਾ ਸ਼ਾਮ ਨੂੰ ਲੈਣਾ ਹੈਗਾ ਇਹਦਾ। ਫਿਰ ਉਹਨੇ ਗੋਡਿਆਂ ਦੇ ਦਰਦ ਵਾਸਤੇ, ਚਾਹੇ ਗਠੀਆ ਹੋਵੇ, ਗੋਡਿਆਂ ਦਾ ਦਰਦ ਹੋਵੇ, ਕੁਆਦ ਦਾ ਗੁੱਦਾ ਵੀ ਬਹੁਤ ਚੰਗਾ ਵਧੀਆ ਰਹਿੰਦਾ ਜੀ। 2 ਇੰਚ ਦਾ ਟੁਕੜਾ ਕੁਆਦ ਦਾ ਗੁੱਦਾ ਲੈ ਕੇ ਉਹਨੂੰ ਘੀ ਦੇ ਵਿੱਚ ਭੁੰਨ ਕੇ ਥੋੜ੍ਹਾ ਜਿਹਾ ਉਹ ਤੁਸੀਂ ਖਾਣ ਲਾ ਜਾਓ। 2-3 ਹਫ਼ਤੇ ਲਗਾਤਾਰ ਖਾ ਕੇ ਦੇਖੋ, ਤੁਹਾਨੂੰ ਫਰਕ ਪਤਾ ਲੱਗ ਜੂਗਾ ਜੀ, ਵੀ ਹੋ ਜਾਂਦਾ ਇਹਦੇ ਨਾਲ ਠੀਕ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਜੇ ਨਾਗਰ ਮੋਥੇ ਦੇ ਵਿੱਚੋਂ ਸੁੰਡ ਵੀ ਤੁਸੀਂ ਮਿਲਾ ਦੇਵੇਂ, ਜਿੰਨਾ ਨਾਗਰ ਮੋਥਾ ਹੈਗਾ, ਜਾਂ 50 ਗ੍ਰਾਮ ਨਾਗਰ ਮੋਥਾ ਲੈ ਲਓ, 50 ਗ੍ਰਾਮ ਸੁੰਡ ਲੈ ਲਓ, ਇਹ ਮਿਕਸ ਕਰਕੇ ਰੱਖ ਲਓ ਸ਼ੀਸ਼ੀ ਵਾ। 1 ਚਮਚਾ ਇਹ ਅਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਤੁਸੀਂ ਖਾਂਦੇ ਰਹੋ, ਇਹਦੇ ਨਾਲ ਵੀ ਥੋੜ੍ਹਾ ਜੋੜਾਂ ਦਾ ਦਰਦ ਠੀਕ ਹੋ ਜਾਂਦਾ, ਰਾਈ ਗਠੀਆ। ਫਿਰ ਨਹੀਂ ਤਾਂ ਪੱਤਾ ਗੋਭੀ ਦਾ, ਫੁੱਲ ਗੋਭੀ ਦਾ, ਚੁਕੰਦਰ ਦਾ, ਇਹਨਾਂ ਦਾ ਜੂਸ ਕੱਢ ਕੇ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਇਕੱਲੇ ਖੀਰੇ ਹੀ ਤੁਸੀਂ ਜ਼ਿਆਦਾ ਯੂਜ਼ ਕਰਨ ਲੱਗ ਜਾਓ, ਚਾਹੇ ਤਾਂ ਖੀਰਿਆਂ ਦਾ ਜੂਸ ਕੱਢ ਕੇ ਪੀ ਲਓ, ਨਹੀਂ ਤਾਂ ਜ਼ਿਆਦਾ ਖੀਰਾ ਖਾਣ ਲੱਗ ਜਾਓ, ਇਹ ਵੀ ਜੋੜਾਂ ਦੇ ਵਾਸਤੇ ਦੁੱਧ ਠੀਕ ਹੈਗਾ। ਫਿਰ ਸੁਗੰਧ ਦਾ ਤੁਸੀਂ ਲੈ ਸਕਦੇ ਹੈਗੇ, 1 ਚਮਚਾ ਇਹ ਅਤੇ 1 ਚਮਚਾ ਘੀ ਪਾ ਕੇ ਇਹ ਤੁਸੀਂ ਆਪਣੇ ਲੈ ਸਕਦੇ। ਨਹੀਂ ਤਾਂ ਕੈਪਸੂਲ ਮਿਲ ਜਾਂਦੇ ਇਹਦੇ ਸੁਗੰਧ ਦੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਇਹਦੇ ਨਾਲ ਫਿਰ ਦਰਦ ਹੁੰਦੀ ਥੱਲੇ ਜੋੜਾਂ ਜਾਣਾ, ਤਾਂ ਤੁਸੀਂ ਆਪਣੇ ਰਾਈ ਦਾ ਤੇਲ ਜਿਹੜਾ ਹੁੰਦਾ ਉਹਦੀ ਆਪਣੇ ਮਾਲਿਸ਼ ਕਰਨੀ ਹੈ ਜੀ,
ਉਹ ਵੀ ਬਹੁਤ ਵਧੀਆ ਚੀਜ਼ ਰਹੂਗੀ। ਜੇ ਨਹੀਂ ਤੇਲ ਮਿਲਦਾ ਤੁਹਾਨੂੰ ਰਾਈ ਦਾ, ਤਾਂ ਆਪਣੇ ਰਾਈ ਨੂੰ ਮੈਂ ਆਪਣੇ ਉਹਦਾ ਪੇਸਟ ਜਿਹਾ ਬਣਾ ਕੇ ਗਰਮ ਕਰਕੇ ਥੋੜ੍ਹਾ ਜਿਹਾ ਉਹ ਵੀ ਆਪਣੇ ਉਹਦੇ ਜੋੜਾਂ ਤੇ ਮਾਲਿਸ਼ ਕਰਦੇ ਕਰੋ। ਅੱਛਾ, ਫਿਰ ਜੋੜਾਂ ਦੇ ਦਰਦ ਵਾਸਤੇ 1 ਚਮਚਾ ਭਖੜੇ ਦਾ ਤੇ 1 ਚਮਚਾ ਸੁੰਢ ਦਾ, ਇਹਦੀ ਚਾਹ ਜੀ ਬਣਾ ਕੇ ਚੰਗੀ ਤਰ੍ਹਾਂ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਗ੍ਰੀਨ ਟੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜਿਹਨਾਂ ਨੂੰ ਜੋੜਾਂ ਦਾ ਦਰਦ ਰਹਿੰਦਾ। ਗ੍ਰੀਨ ਟੀ ਲੈ ਲਓ ਜਾਂ ਯੋਗਰਾਜ ਗੁੱਗਲ ਦੀਆਂ ਗੋਲੀਆਂ ਤੁਹਾਨੂੰ ਇੱਥੇ ਮਿਲ ਜਾਂਦੀਆਂ ਹੈਗੀਆਂ, 2 ਗੋਲੀਆਂ ਉਹਨੇ ਖਾ ਲੀਆਂ ਸਵੇਰ ਨੂੰ 2 ਸ਼ਾਮ ਨੂੰ, ਇਹ ਵੀ ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਚਲੋ ਫਿਰ ਜਿਹੜੇ ਅਗਲੇ ਬਾਕੀ ਫੇਰ ਸਹੀ ਜੀ ਅਗਲੇ ਹਫ਼ਤੇ। ਠੀਕ ਹੈ ਜੀ, ਬਹੁਤ ਧੰਨਵਾਦ, ਥੈਂਕ ਯੂ। ਓਕੇ ਸਾਰੇ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜੇ ਜਗਵੀਰ ਸਿੰਘ ਜੀ, ਵੀਰਵਾਰ ਨੂੰ ਜੁੜਦੇ ਨੇ। ਤੇ ਤੁਸੀਂ ਜਿਹੜੀਆਂ ਚੀਜ਼ਾਂ ਦੱਸੀਆਂ, ਜਿਸ ਤਰ੍ਹਾਂ ਦੱਸੀਆਂ ਉਸੇ ਤਰ੍ਹਾਂ ਲੈਣ ਦੀ ਥੋੜ੍ਹੀ ਤੋਂ ਸ਼ੁਰੂ ਕਰੋ, ਕੋਸ਼ਿਸ਼ ਕਰਨੀ ਆ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੁਣ ਬਲਵਿੰਦਰ ਕੌਰ ਵੱਲੋਂ